ਹੈਲੋ ਡੀਅਰ ਸਟੂਡੈਂਟਸ। ਬੇਟੇ ਅੱਜ ਅਸੀਂ 10th ਦੀ ਸਾਇੰਸ ਦਾ 4th ਚੈਪਟਰ ਬਰੀਫਲੀ ਡਿਸਕਸ ਕਰਦੇ ਜਾਵਾਂਗੇ। ਚੈਪਟਰ ਹੈ ਕਾਰਬਨ ਐਂਡ ਇਟਸ ਕੰਪਾਊਂਡ। ਕਾਰਬਨ ਐਂਡ ਇਟਸ ਕੰਪਾਊਂਡ। ਕਾਰਬਨ ਕੀ ਹੈ ਅਤੇ ਇਸ ਦੇ ਕਿਹੜੇ-ਕਿਹੜੇ ਕੰਪਾਊਂਡ ਹਨ। ਬਹੁਤ ਸਾਰੇ ਮਟੀਰੀਅਲ ਤੁਸੀਂ ਦੇਖਦੇ ਹੋ ਜਿਨ੍ਹਾਂ ਦੇ ਵਿੱਚ ਕਾਰਬਨ ਹੈ। Food, clothes, medicine, books, and many of the things you listed are based on this versatile element carbon. ਕਾਰਬਨ ਇੰਨੇ ਸਾਰੇ ਤੁਸੀਂ ਮਟੀਰੀਅਲ ਦੇਖ ਰਹੇ ਹੋ ਜਿਨ੍ਹਾਂ ਦੇ ਵਿੱਚ ਹੈ। ਫੂਡ ਦੇ ਵਿੱਚ ਵੀ ਹੁੰਦੀ ਹੈ ਕੁਝ ਪਰਸੈਂਟੇਜ, ਮੈਡੀਸਨ, ਬੁੱਕਸ। ਜਦੋਂ ਅਸੀਂ ਪੇਜ ਜਾਲਦੇ ਹਾਂ ਤਾਂ ਕਾਰਬਨ ਨਿਕਲਦੀ ਹੈ। ਸੋ ਅਰਥ ਦੇ ਕਰਸਟ ਦੇ ਵਿੱਚ ਕਾਰਬਨ ਇਜ਼ ਓਨਲੀ 0.2%। ਧਰਤੀ ਦੇ ਕਰਸਟ ਦੇ ਵਿੱਚ 0.2% ਹੈ। ਜਿੰਨੇ ਵੀ ਕਾਰਬੋਨੇਟਸ ਨੇ, ਹਾਈਡਰੋਕਾਰਬਨਸ ਨੇ, ਕੋਲ, ਪੈਟਰੋਲੀਅਮ, ਡੀਜ਼ਲ, ਇਹ ਸਾਰੇ ਹੀ ਕਾਰਬਨ ਦੇ ਪ੍ਰੋਡਕਟ ਹਨ। ਫਿਰ ਵੀ ਇਹ ਟੋਟਲ ਕਿੰਨੀ ਹੈ 0.02%। ਅਤੇ ਐਟਮੋਸਫੀਅਰ ਦੇ ਵਿੱਚ ਕਿੰਨੀ ਹੈ ਤੁਹਾਨੂੰ ਪਤਾ ਹੈ 0.03% ਆਫ ਕਾਰਬਨ ਡਾਈਆਕਸਾਈਡ। ਇੰਨੀ ਘੱਟ ਹੋਣ ਦੇ ਬਾਵਜੂਦ ਇਨ ਸਪਾਈਟ ਆਫ ਦਿਸ ਸਮਾਲ ਅਮਾਊਂਟ ਆਫ ਕਾਰਬਨ ਅਵੇਲੇਬਲ ਇਨ ਨੇਚਰ ਦੀ ਇੰਪੋਰਟੈਂਸ ਆਫ ਕਾਰਬਨ ਸੀਮਸ ਟੂ ਬੀ ਇਮੈਂਸ। ਇਸ ਦੀ ਜਿਹੜੀ ਇੰਪੋਰਟੈਂਸ ਹੈ ਬਹੁਤ ਜ਼ਿਆਦਾ ਹੈ। ਕਿਉਂ ਹੈ ਇੰਪੋਰਟੈਂਸ? ਇਸ ਚੈਪਟਰ ਦੇ ਵਿੱਚ ਇਹੀ ਸਟੱਡੀ ਕਰਨਾ ਹੈ ਕਿ ਕਾਰਬਨ ਦੀ ਇੰਪੋਰਟੈਂਸ ਕੀ ਹੈ। ਸਭ ਤੋਂ ਪਹਿਲਾਂ ਹੈ ਬੌਂਡਿੰਗ ਇਨ ਕਾਰਬਨ ਦੀ ਕੋਵੈਲੈਂਟ ਬਾਉਂਡ। ਦੋ ਪ੍ਰਕਾਰ ਦੇ ਬਾਉਂਡ ਅਸੀਂ ਪੜ੍ਹੇ ਹਨ 9th ਦੇ ਵਿੱਚ। ਜਦੋਂ ਇਲੈਕਟ੍ਰੋਨ ਟਰਾਂਸਫਰ ਹੁੰਦੇ ਹਨ, ਜੋ ਇਲੈਕਟ੍ਰੋਨ ਛੱਡਦੇ ਹਨ ਉਸ ਨੂੰ ਕਟਾਇਨ ਬੋਲਦੇ ਹਨ, ਅਤੇ ਜੋ ਇਲੈਕਟ੍ਰੋਨ ਰਿਸੀਵ ਕਰਦੇ ਆ ਉਸ ਨੂੰ ਅਨਾਇਨ ਬੋਲਦੇ ਹਨ। ਉਸ ਨੂੰ ਆਇਨਕ ਬਾਉਂਡ ਕਿਹਾ ਜਾਂਦਾ ਹੈ, ਆਇਨਕ ਬਾਉਂਡ। ਅਤੇ ਫਿਰ ਕੋਵੈਲੈਂਟ ਬਾਉਂਡ ਕੀ ਹੈ ਜੋ ਕਾਰਬਨ ਦੇ ਵਿੱਚ ਬਣਦਾ ਹੈ, ਅਸੀਂ ਸਟੱਡੀ ਕਰਦੇ ਹਾਂ। ਕਾਰਬਨ ਦੀ ਜਿਹੜੀ ਵੈਲੈਂਸੀ ਹੈ 9th ਕਲਾਸ ਦੇ ਵਿੱਚ ਤੁਸੀਂ ਪੜ੍ਹ ਕੇ ਆਏ ਹੋ। ਦੀ ਐਟੋਮਿਕ ਨੰਬਰ ਆਫ ਕਾਰਬਨ ਇਜ਼ 6। ਕਾਰਬਨ ਦਾ ਐਟੋਮਿਕ ਨੰਬਰ 6 ਹੈ। ਅਤੇ ਇਸ ਦੀ ਜਦੋਂ ਅਸੀਂ ਡਿਸਟਰੀਬਿਊਸ਼ਨ ਕਰਦੇ ਹਾਂ ਤਾਂ ਪਹਿਲੇ ਸੈੱਲ ਵਿੱਚ 2 ਇਲੈਕਟ੍ਰੋਨ ਅਤੇ ਦੂਸਰੇ ਸੈੱਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਹਨ। ਸੋ ਇਹ ਆਪਣੀ 8 ਇਲੈਕਟ੍ਰੋਨ ਪੂਰੇ ਕਰਨ ਲਈ, ਨੋਬਲ ਗੈਸ ਦੀ ਕੌਨਫੀਗਰੇਸ਼ਨ ਬਣਾਉਣ ਲਈ, 8 ਪੂਰੇ ਕਰਨ ਲਈ ਜਾਂ ਤਾਂ ਇਹ 4 ਇਲੈਕਟ੍ਰੋਨ ਲੋਸ ਕਰੇਗਾ ਜਾਂ 4 ਇਲੈਕਟ੍ਰੋਨ ਗੇਨ ਕਰੇਗਾ। ਦੋਨੋਂ ਹੀ ਆਪਸ਼ਨਾਂ ਹਨ। 4 ਲੋਸ ਕਰੇਗਾ ਅਤੇ 4 ਹੀ ਗੇਨ ਕਰੇਗਾ। 4 ਲੋਸ ਅਤੇ 4 ਗੇਨ ਕਰਨ ਦੇ ਵਿੱਚ ਕੀ ਪ੍ਰੋਬਲਮ ਆਏਗੀ? ਇਟ ਹੈਜ਼ 4 ਇਲੈਕਟ੍ਰੋਨ ਇਨ ਇਟਸ ਆਊਟਰਮੋਸਟ ਸੈੱਲ। ਇਸ ਦੇ ਬਾਹਰਲੇ ਸੈੱਲ ਵਿੱਚ 4 ਇਲੈਕਟ੍ਰੋਨ ਹਨ। ਐਂਡ ਨੀਡਸ ਟੂ ਗੇਨ ਔਰ ਲੋਸ 4 ਇਲੈਕਟ੍ਰੋਨ। ਜਾਂ ਤਾਂ 4 ਇਲੈਕਟ੍ਰੋਨ ਗੇਨ ਕਰੇਗਾ ਜਾਂ ਲੋਸ ਕਰੇਗਾ ਟੂ ਅਟੇਨ ਦਾ ਨੋਬਲ ਗੈਸ ਕੌਨਫੀਗਰੇਸ਼ਨ। ਨੋਬਲ ਗੈਸ ਕੌਨਫੀਗਰੇਸ਼ਨ ਕਰਨ ਲਈ ਮੀਨਸ 8 ਪੂਰੇ ਕਰਨ ਲਈ। ਪਹਿਲਾ ਕੀ ਹੈ? ਇਟ ਕੁਡ ਗੇਨ 4 ਇਲੈਕਟ੍ਰੋਨਸ। ਇਹ 4 ਇਲੈਕਟ੍ਰੋਨ ਲੈ ਸਕਦਾ ਹੈ। ਜਦੋਂ ਲਏਗਾ ਤਾਂ ਕੀ ਬਣੇਗਾ? C-4। ਜਦੋਂ ਇਲੈਕਟ੍ਰੋਨ ਕੋਈ ਐਟਮ ਲੈਂਦਾ ਹੈ ਤਾਂ ਮਾਈਨਸ ਚਾਰਜ ਆਉਂਦਾ ਹੈ, ਜਦੋਂ ਛੱਡਦਾ ਹੈ ਤਾਂ ਪੋਜ਼ੀਟਿਵ ਚਾਰਜ ਆਉਂਦਾ ਹੈ। ਜੇ 4 ਇਲੈਕਟ੍ਰੋਨ ਲੈਂਦਾ ਹੈ, ਕਿਉਂਕਿ ਇਸ ਦਾ ਨੰਬਰ 6 ਹੈ, ਇਸ ਦੇ ਵਿੱਚ 6 ਹੀ ਪ੍ਰੋਟੋਨ ਹਨ ਅਤੇ 6 ਹੀ ਇਲੈਕਟ੍ਰੋਨ ਹਨ। ਜੇ ਹੁਣ ਇਹ 4 ਇਲੈਕਟ੍ਰੋਨ ਲੈ ਲਏਗਾ ਤਾਂ ਇਸ ਦੇ ਵਿੱਚ 10 ਇਲੈਕਟ੍ਰੋਨ ਹੋ ਜਾਣਗੇ। 10 ਇਲੈਕਟ੍ਰੋਨ ਬੜੇ ਡਿਫੀਕਲਟ ਹੋ ਜਾਣਗੇ। 6 ਇਲੈਕਟ੍ਰੋਨ ਜਿਹੜੇ ਪ੍ਰੋਟੋਨ ਨੇ ਉਹਨਾਂ ਲਈ ਇਹਨਾਂ ਨੂੰ ਜਕੜ ਕੇ ਰੱਖਣਾ, ਅਟਰੈਕਸ਼ਨ ਬਣਾ ਕੇ ਰੱਖਣਾ ਬੜੀ ਮੁਸ਼ਕਿਲ ਹੋ ਜਾਏਗੀ।
it could gain 4 electron, but it would be difficult for the nucleus with 6 proton, ਕਿਉਂਕਿ ਨਿਊਕਲੀਅਸ ਦੇ ਵਿੱਚ 6 ਪ੍ਰੋਟੋਨ ਨੇ, ਉਹਨਾਂ ਲਈ ਡਿਫੀਕਲਟ ਹੋ ਜਾਏਗਾ ਟੂ ਹੋਲਡ ਔਨ ਦਾ 10 ਇਲੈਕਟ੍ਰੋਨ। 6 ਇਲੈਕਟ੍ਰੋਨ ਇਹਦੇ ਵਿੱਚ ਪਹਿਲਾਂ ਹੀ ਹਨ, 6 ਇਲੈਕਟ੍ਰੋਨ 6 ਪ੍ਰੋਟੋਨ, ਅਤੇ 4 ਜਦੋਂ ਹੋਰ ਆ ਜਾਣੇ ਤਾਂ 10 ਉਹਦੇ ਲਈ ਹੋਲਡ ਕਰਨੇ ਔਖੇ ਹੋ ਜਾਣਗੇ, ਇਸ ਲਈ ਇਹ ਪੋਸੀਬਲ ਨਹੀਂ ਹੈ। ਦੂਸਰਾ ਕੇਸ ਕੀ ਹੈ, ਇਟ ਕੁਡ ਲੌਸ 4 ਇਲੈਕਟ੍ਰੋਨ, ਜਾਂ ਇਹ 4 ਛੱਡ ਦੇਵੇ, ਜਦੋਂ 4 ਛੱਡੇਗਾ ਤਾਂ ਕੀ ਬਣ ਜਾਏਗਾ 4 ਪੋਜ਼ੀਟਿਵ, ਜਦੋਂ 4 ਛੱਡੇਗਾ ਤਾਂ ਇਹਦੇ ਵਿੱਚੋਂ ਬਹੁਤ ਸਾਰੀ ਐਨਰਜੀ ਆ ਜਿਹੜੀ ਨਿਕਲ ਜਾਵੇਗੀ। ਬਟ ਇਟ ਵੁੱਡ ਰਿਕੁਆਇਰ ਲਾਰਜ ਅਮਾਊਂਟ ਆਫ ਐਨਰਜੀ ਟੂ ਰਿਮੂਵ 4 ਇਲੈਕਟ੍ਰੋਨ ਬਿਹਾਈਂਡ ਏ ਕਾਰਬਨ cation with 6 proton in its nucleus holding on to just 2 electron। ਜਦੋਂ 4 ਇਲੈਕਟ੍ਰੋਨ ਨਿਕਲ ਗਏ, ਟੋਟਲ 6 ਹਨ, ਤਾਂ ਬਹੁਤ ਸਾਰੀ એનર્ਜੀ ਨਿਕਲ ਜਾਵੇਗੀ, ਜਿਹੜੇ 2 ਇਲੈਕਟ੍ਰੋਨ ਰਹਿ ਗਏ ਉਹਨਾਂ ਨੂੰ ਹੋਲਡ ਕਰਨ ਲਈ ਵੀ એનર્ਜੀ ਨਹੀਂ ਰਹੇਗੀ। ਸੋ ਇਹ ਦੋਨੋਂ ਕੇਸ ਇੱਥੇ ਪੋਸੀਬਲ ਨਹੀਂ ਹੈਗੇ ਕਾਰਬਨ ਦੇ ਵਿੱਚ। ਕਾਰਬਨ ਓਵਰਕਮਸ ਦਿਸ ਪ੍ਰੋਬਲਮ ਬਾਈ ਸ਼ੇਅਰਿੰਗ ਇਟਸ ਵੈਲੈਂਸੀ ਇਲੈਕਟ੍ਰੋਨ। ਕਾਰਬਨ ਇਸ ਪ੍ਰੋਬਲਮ ਨੂੰ ਸ਼ੇਅਰ ਕਰਕੇ ਹੀ ਸੋਲਵ ਕਰੇਗਾ, ਇਹ ਨਾ 4 ਇਲੈਕਟ੍ਰੋਨ ਦੇਵੇਗਾ ਅਤੇ ਨਾ ਹੀ 4 ਇਲੈਕਟ੍ਰੋਨ ਲਵੇਗਾ, ਇਹ ਸ਼ੇਅਰ ਕਰੇਗਾ। ਜਦੋਂ ਇਲੈਕਟ੍ਰੋਨ ਸ਼ੇਅਰ ਹੁੰਦੇ ਹਨ ਤਾਂ ਉਦੋਂ ਬਣਦਾ ਹੈ ਕੋਵੈਲੈਂਟ ਬਾਉਂਡ, ਜੋ ਅਸੀਂ ਹੈਡਿੰਗ ਦੇ ਵਿੱਚ ਪੜ੍ਹ ਕੇ ਆਏ ਹਾਂ, ਦੀ ਕਾਰਬਨ ਇਕੁਈਵੈਲੈਂਟ ਬਾਉਂਡ। Not just carbon, but many other elements form molecules by sharing electron in this manner। ਇਸ ਤਰੀਕੇ ਨਾਲ ਇਕੱਲਾ ਕਾਰਬਨ ਹੀ ਨਹੀਂ, ਕਈ ਹੋਰ ਵੀ ਐਲੀਮੈਂਟ ਸ਼ੇਅਰ ਕਰਦੇ ਹਨ। ਉਸ ਲਈ ਅਸੀਂ ਕੁਝ ਐਗਜ਼ਾਮਪਲਸ ਦੇਖਾਂਗੇ। ਫਸਟ ਐਗਜ਼ਾਮਪਲ, ਹਾਈਡਰੋਜਨ ਮੋਲੀਕਿਊਲ। ਹਾਈਡਰੋਜਨ ਦੇ ਬਾਹਰ ਇੱਕ ਇਲੈਕਟ੍ਰੋਨ ਹੁੰਦਾ ਹੈ ਅਤੇ ਇੱਕ ਹਾਈਡਰੋਜਨ ਹੋਰ ਹੈ, ਉਸ ਦੇ ਬਾਹਰ ਵੀ ਇੱਕ ਇਲੈਕਟ੍ਰੋਨ ਹੋਏਗਾ। ਹੁਣ ਇਹ ਆਪਣੇ ਸੈੱਲ ਦੇ ਵਿੱਚ 2 ਪੂਰੇ ਕਰਨ ਲਈ ਦੋਨੋਂ ਸਾਂਝੇ ਕਰ ਲੈਣਗੇ। ਤੁਸੀਂ ਦੇਖਦੇ ਹੋ ਉਹਨਾਂ ਨੇ ਦੋਨਾਂ ਨੇ ਸ਼ੇਅਰ ਕਰ ਲਏ, ਇਹ ਹਾਈਡਰੋਜਨ ਦੇ ਵਿੱਚ ਵੀ 2 ਹੋ ਗਏ ਅਤੇ ਇਹਦੇ ਵਿੱਚ ਵੀ 2 ਇਲੈਕਟ੍ਰੋਨ ਹੋ ਗਏ, ਦੂਸਰੇ 'ਚ ਵੀ। ਤਾਂ ਇਸ ਤਰ੍ਹਾਂ ਹਾਈਡਰੋਜਨ ਮੋਲੀਕਿਊਲ ਬਣ ਜਾਂਦਾ ਹੈ ਅਤੇ ਇਹਦੇ 'ਚ ਸਿੰਗਲ ਬੌਂਡ ਬਣਦਾ ਹੈ। ਧਿਆਨ ਨਾਲ ਦੇਖਣਾ, ਜਦੋਂ ਪੇਅਰ ਆਫ ਇਲੈਕਟ੍ਰੋਨ ਆ, ਇਹ ਵਾਲਾ ਮੈਂ ਵੱਡਾ ਕਰਕੇ ਦਿਖਾ ਰਿਹਾ, ਇਸ ਨੂੰ ਅਸੀਂ ਸਿੰਗਲ ਬੌਂਡ ਨਾਲ ਵੀ ਰੀਪ੍ਰਜੈਂਟ ਕਰ ਸਕਦੇ ਹਾਂ, ਇਸ ਤਰ੍ਹਾਂ ਵੀ। ਹਾਈਡਰੋਜਨ, ਇਹਦਾ ਵੀ ਇੱਕ ਇਲੈਕਟ੍ਰੋਨ ਹੈ ਅਤੇ ਇੱਕ ਹਾਈਡਰੋਜਨ ਹੋਰ ਹੈ, ਉਸਦਾ ਇਲੈਕਟ੍ਰੋਨ, ਇਹਨਾਂ ਦੋਨਾਂ ਨੇ ਸ਼ੇਅਰ ਕਰ ਲਿਆ, ਇਸ ਨੂੰ ਸਿੰਗਲ ਬੌਂਡ ਨਾਲ ਰੀਪ੍ਰਜੈਂਟ ਕਰ ਸਕਦੇ ਹਾਂ। ਇਸ ਨੂੰ ਕਹਿੰਦੇ ਹਨ, ਇਹ ਸਿੰਗਲ ਕੋਵੈਲੈਂਟ ਬਾਉਂਡ is also represented by a line between 2 atoms। 2 ਐਟਮਸ ਦੇ ਵਿੱਚ ਇੱਕ ਲਾਈਨ ਰੀਪ੍ਰਜੈਂਟ ਕਰਕੇ ਅਸੀਂ ਸਿੰਗਲ ਬਾਉਂਡ ਦਿਖਾ ਸਕਦੇ ਹਾਂ, ਇਹ ਸਿੰਗਲ ਬਾਉਂਡ ਹੈ। ਸੈਕਿੰਡ, ਆਕਸੀਜਨ। ਆਕਸੀਜਨ ਦੇ ਵਿੱਚ 8 ਇਲੈਕਟ੍ਰੋਨ ਹੁੰਦੇ ਹਨ, ਪਹਿਲੇ ਸੈੱਲ ਦੇ ਵਿੱਚ 2 ਅਤੇ ਦੂਸਰੇ ਦੇ ਵਿੱਚ 6। ਸੋ ਜਦੋਂ ਆਕਸੀਜਨ ਨੂੰ ਰੀਪ੍ਰਜੈਂਟ ਕਰਨਾ ਤਾਂ ਅਸੀਂ 6 ਇਲੈਕਟ੍ਰੋਨ ਦਿਖਾਵਾਂਗੇ। ਇਸੇ ਤਰ੍ਹਾਂ ਇੱਕ ਹੋਰ ਆਕਸੀਜਨ ਹੈ, ਉਸ ਦੇ ਵਿੱਚ ਵੀ 6 ਇਲੈਕਟ੍ਰੋਨ ਦਿਖਾਵਾਂਗੇ। ਇਹਨੇ 8 ਪੂਰੇ ਕਰਨ ਲਈ ਇਹਨਾਂ ਨੇ 2 ਇਲੈਕਟ੍ਰੋਨ ਸਾਂਝੇ ਕਰ ਲੈਣੇ ਹਨ। ਇਸ ਦੇ ਵਿੱਚ 8 ਪੂਰੇ ਹੋ ਗਏ, 1 2 3 4 5 6 7 8, ਅਤੇ ਇਹਨੇ ਇਹਦੇ ਨਾਲ ਸ਼ੇਅਰ ਕਰ ਲੈਣੇ ਹਨ, ਉੱਪਰ ਫਿਗਰ 'ਚ ਵੀ ਦੇਖ ਸਕਦੇ ਹੋ। ਇੱਥੇ ਹੁਣ ਡਬਲ ਬੌਂਡ ਬਣ ਗਿਆ, 2 ਪੇਅਰ ਸ਼ੇਅਰ ਹੋ ਗਏ। ਉੱਥੇ ਹਾਈਡਰੋਜਨ ਦੇ ਵਿੱਚ 1 ਪੇਅਰ ਸ਼ੇਅਰ ਹੋਇਆ ਸੀ, ਇੱਥੇ 2 ਸ਼ੇਅਰ ਹੋ ਗਏ, ਇਹ ਡਬਲ ਬਾਉਂਡ ਬਣ ਗਿਆ। ਇਸੇ ਤਰ੍ਹਾਂ ਦੀ ਐਗਜ਼ਾਮਪਲ ਹੈ ਨਾਈਟ੍ਰੋਜਨ ਦੀ। ਨਾਈਟ੍ਰੋਜਨ ਦੀ ਵੈਲੈਂਸੀ ਹੁੰਦੀ ਹੈ 5, ਇਸ ਦੇ ਵਿੱਚ 7 ਇਲੈਕਟ੍ਰੋਨ ਹੁੰਦੇ ਹਨ, ਪਹਿਲੇ ਵਿੱਚ 2 ਅਤੇ ਦੂਸਰੇ ਵਿੱਚ 5, ਸੌਰੀ ਵੈਲੈਂਸੀ 5 ਨਹੀਂ ਹੁੰਦੀ, ਆਊਟਰ ਮੋਸਟ ਸੈੱਲ 5 ਹੁੰਦੇ ਹਨ ਅਤੇ ਵੈਲੈਂਸੀ 3 ਹੁੰਦੀ ਹੈ।
ਦੁਬਾਰਾ ਸੁਣਨਾ, ਆਊਟਰਮੋਸਟ ਸੈੱਲ 5 ਆਊਟਰਮੋਸਟ ਇਲੈਕਟ੍ਰੋਨ 5 ਹੁੰਦੇ ਹਨ ਅਤੇ ਵੈਲੈਂਸੀ 3 ਹੁੰਦੀ ਹੈ। 3 ਲਵੇਗੀ 8 ਪੂਰਾ ਕਰਨ ਲਈ। ਇਸ ਨੂੰ ਕਿਵੇਂ ਰੀਪ੍ਰਜੈਂਟ ਕਰਦੇ ਹਾਂ? ਇਹਦੇ ਵੈਲੈਂਸੀ ਇਲੈਕਟ੍ਰੋਨ ਨੇ ਜਿਹੜੇ ਉਹ 3 ਅਤੇ 2 5 ਹਨ। ਇੱਕ ਹੋਰ ਨਾਈਟ੍ਰੋਜਨ ਐਟਮ ਹੈ, ਉਸ ਦੇ ਵਿੱਚ ਵੀ 5 ਹਨ। ਇਹ 8 ਪੂਰੇ ਕਰਨ ਲਈ ਆਪਣੇ 3 ਇਲੈਕਟ੍ਰੋਨ ਨੇ ਜਿਹੜੇ ਇਹ ਸਾਂਝੇ ਕਰ ਲੈਣਗੇ। 3 ਇਲੈਕਟ੍ਰੋਨ ਸਾਂਝੇ ਕਰ ਲੈਣਗੇ ਅਤੇ ਇੱਥੇ ਫਿਰ ਟ੍ਰਿਪਲ ਬੌਂਡ ਬਣ ਜਾਏਗਾ। 3 ਪੇਅਰ ਸਾਂਝੇ ਹੋਏ ਨੇ, ਇਸ ਲਈ ਸ਼ੇਅਰ ਕਰਕੇ ਸਿੰਗਲ ਬੌਂਡ ਵੀ ਬਣਦਾ ਹੈ, ਡਬਲ ਬੌਂਡ ਵੀ ਬਣਦਾ ਹੈ ਅਤੇ ਟ੍ਰਿਪਲ ਬੌਂਡ ਵੀ ਬਣਦਾ ਹੈ। ਸੋ ਮੋਲੀਕਿਊਲਸ ਹੈਵ ਸਿੰਗਲ, ਡਬਲ ਔਰ ਟ੍ਰਿਪਲ ਬੌਂਡਸ। ਇਸੇ ਤਰ੍ਹਾਂ ਕਾਰਬਨ ਹੈ ਜਿਹੜੀ, ਕਾਰਬਨ ਨਾ ਤਾਂ 4 ਇਲੈਕਟ੍ਰੋਨ ਰਿਲੀਜ਼ ਕਰਦੀ ਹੈ ਅਤੇ ਨਾ ਹੀ 4 ਇਲੈਕਟ੍ਰੋਨ ਗੇਨ ਕਰਦੀ ਹੈ। ਇਹ ਚਾਰੋਂ ਦੇ ਚਾਰੋਂ ਸ਼ੇਅਰ ਕਰ ਲੈਂਦੇ ਹਨ। ਇਸ ਲਈ ਇੱਕ ਅਸੀਂ ਫਾਰਮੂਲਾ ਡਿਸਕਸ ਕਰਾਂਗੇ, CH4 ਮੀਥੇਨ, ਕੰਪਰੈਸਡ ਨੈਚੁਰਲ ਗੈਸ ਜਾਂ ਅਸੀਂ ਘਰਾਂ ਦੇ ਵਿੱਚ ਬਾਲਦੇ ਹਾਂ LPG ਗੈਸ, ਉਹਦੇ ਵਿੱਚ ਮੇਨ ਜਿਹੜਾ ਕੰਪੋਨੈਂਟ ਹੈ ਉਹ ਮੀਥੇਨ ਹੁੰਦਾ ਹੈ। ਮੀਥੇਨ, ਇਸ ਦਾ ਫਾਰਮੂਲਾ ਹੈ CH4। ਇਹ ਕਿਸ ਤਰ੍ਹਾਂ ਬਣੇਗਾ? ਕਾਰਬਨ ਦੇ ਵਿੱਚ 6 ਇਲੈਕਟ੍ਰੋਨ ਹੁੰਦੇ ਹਨ, ਪਹਿਲੇ ਵਿੱਚ 2 ਅਤੇ ਦੂਜੇ ਵਿੱਚ 4। ਇਸਨੇ 4 ਇਲੈਕਟ੍ਰੋਨ ਸ਼ੇਅਰ ਕਰਨੇ ਹਨ ਅਤੇ ਦੂਸਰੇ ਪਾਸੇ ਹਾਈਡਰੋਜਨ ਦੇ ਵਿੱਚ 1 ਹੀ ਇਲੈਕਟ੍ਰੋਨ ਹੁੰਦਾ ਹੈ। ਸੋ CH4 ਦੇ ਵਿੱਚ ਕੀ ਹੋਏਗਾ? ਹਰੇਕ ਹਾਈਡਰੋਜਨ ਦਾ 1 ਇਲੈਕਟ੍ਰੋਨ ਅਤੇ 4 ਹਾਈਡਰੋਜਨਾਂ ਦੇ 4 ਇਲੈਕਟ੍ਰੋਨ ਹੋ ਜਾਣਗੇ। ਇਹ ਚਾਰ ਹੀ ਇਸ ਨਾਲ ਸ਼ੇਅਰ ਕਰ ਲਏਗਾ। ਇਸ ਫਿਗਰ ਵਿੱਚ ਦੇਖੋ, ਕਾਰਬਨ ਦੇ ਬਾਹਰ 4 ਇਲੈਕਟ੍ਰੋਨ ਹਨ, ਹਾਈਡਰੋਜਨ ਦੇ 1 ਹੈ ਅਤੇ ਇਹ ਸ਼ੇਅਰ ਕਰ ਲਵੇਗਾ। ਇਸ ਦੇ ਵੀ 8 ਹੋ ਗਏ, ਹਾਈਡਰੋਜਨ ਦੇ ਪੂਰੇ 2, ਇੱਧਰ ਵੀ ਹਾਈਡਰੋਜਨ ਦੇ 2 ਹੋ ਗਏ, ਹਾਈਡਰੋਜਨ ਦੇ ਵੀ ਆਪਣੇ 2 ਹੋ ਗਏ, ਡਬਲੇਟ ਪੂਰਾ ਹੋ ਗਿਆ ਅਤੇ ਕਾਰਬਨ ਦੇ 8 ਪੂਰੇ ਹੋ ਗਏ। ਇੱਥੇ ਵੀ ਤੁਸੀਂ ਦੇਖ ਸਕਦੇ ਹੋ, ਹਾਈਡਰੋਜਨ ਦੇ 2 ਪੂਰੇ ਹੋ ਗਏ ਅਤੇ ਕਾਰਬਨ ਦੇ 8 ਪੂਰੇ ਹੋ ਗਏ। ਇਸ ਤਰ੍ਹਾਂ ਇਸ ਨੂੰ ਅਸੀਂ ਇਸ ਤਰੀਕੇ ਨਾਲ ਵੀ ਰੀਪ੍ਰਜੈਂਟ ਕਰਦੇ ਹਾਂ। ਸਿੰਗਲ ਬੌਂਡ ਬਣ ਗਏ 4 ਸਿੰਗਲ ਬੌਂਡਸ, 4 ਸਿੰਗਲ ਬੌਂਡ ਬਣ ਗਏ CH4 ਮੀਥੇਨ ਗੈਸ ਦੇ ਵਿੱਚ। ਇਸ ਤਰ੍ਹਾਂ ਕਾਰਬਨ ਦੇ ਵਿੱਚ ਜਿਹੜੀ ਕਪੈਸਿਟੀ ਹੈ 4 ਨੂੰ ਸ਼ੇਅਰ ਕਰਨ ਦੀ ਹੈ। ਇਸੇ ਤਰ੍ਹਾਂ ਅਮੋਨੀਆ ਦੇ ਵਿੱਚ ਹੈ। ਨਾਈਟ੍ਰੋਜਨ ਦੇ ਵਿੱਚ 5 ਹਨ ਬਾਹਰ, ਇਹਦਾ 7 ਨੰਬਰ ਹੁੰਦਾ ਹੈ ਨਾਈਟ੍ਰੋਜਨ ਦਾ, ਪਹਿਲੇ ਵਿੱਚ 2 ਅਤੇ ਦੂਸਰੇ ਵਿੱਚ 5। ਇਸਨੇ 3 ਸ਼ੇਅਰ ਕਰਨੇ ਹਨ। ਇਸਨੇ 3 ਹਾਈਡਰੋਜਨਾਂ ਲੈ ਲਈਆਂ, 3 ਹਾਈਡਰੋਜਨਾਂ ਇਸਨੇ ਸਾਂਝੀਆਂ ਕਰ ਲਈਆਂ। ਅਮੋਨੀਆ, ਇਸ ਨੂੰ ਅਮੋਨੀਆ ਕਿਹਾ ਜਾਂਦਾ ਹੈ, NH3। ਅਮੋਨੀਆ ਯਾਦ ਰੱਖਣਾ ਹੈ ਫਾਰਮੂਲਾ NH3। ਸੋ ਇਸ ਤਰ੍ਹਾਂ ਜਿਹੜਾ ਕਾਰਬਨ ਹੈ, ਇਸ ਦੀ ਸ਼ੇਅਰਿੰਗ ਕਪੈਸਿਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ। ਐਲੋਟ੍ਰੋਪਸ ਆਫ ਕਾਰਬਨ, ਕਾਰਬਨ ਦੇ ਐਲੋਟ੍ਰੋਪਸ ਕਿਹੜੇ ਹਨ? ਐਲੋਟ੍ਰੋਪਸ ਨੂੰ ਅਸੀਂ ਡਿਫਰੈਂਟ ਫਾਰਮਸ ਵੀ ਕਹਿ ਸਕਦੇ ਹਾਂ। ਇਸ ਦੀਆਂ ਡਿਫਰੈਂਟ ਫਾਰਮਸ ਕਿਹੜੀਆਂ ਹਨ? The element carbon occurs in different forms in nature with widely varying physical property। ਅਲੱਗ-ਅਲੱਗ ਨੇਚਰ ਦੇ ਵਿੱਚ ਕਾਰਬਨ ਹੈ ਜਿਹੜੀ ਅਲੱਗ-ਅਲੱਗ ਫਾਰਮ ਦੇ ਵਿੱਚ ਇਹ ਨੇਚਰ ਦੇ ਵਿੱਚ ਵਿਚਰਦੀ ਹੈ। ਜਿਵੇਂ ਡਾਇਮੰਡ ਐਂਡ ਗ੍ਰੇਫਾਈਟ ਆਰ ਫਾਰਮਡ ਬਾਈ ਕਾਰਬਨ ਐਟਮ। ਡਾਇਮੰਡ ਅਤੇ ਗ੍ਰੇਫਾਈਟ ਦੋਨੋਂ ਹੀ ਕਾਰਬਨ ਦੇ ਬਣਦੇ ਹਨ। ਡਾਇਮੰਡ ਹੈ ਜਿਹੜਾ, ਇਨ ਡਾਇਮੰਡ
Each carbon atom is bonded to the 4 other carbon atoms, forming a 3-dimensional network structure. ਇੱਕ ਕਾਰਬਨ ਦਾ ਐਟਮ 4 ਹੋਰ ਕਾਰਬਨ ਐਟਮਾਂ ਨਾਲ ਜੁੜ ਕੇ ਇੱਕ ਬਹੁਤ ਸੋਲਿਡ ਅਤੇ ਸਟਰੋਂਗ ਸਟਰਕਚਰ ਬਣਾਉਂਦਾ ਹੈ ਡਾਇਮੰਡ। ਅਤੇ ਗ੍ਰੇਫਾਈਟ ਦੇ ਵਿੱਚ ਕੀ ਹੈ, ਈਚ ਕਾਰਬਨ ਐਟਮ ਇਜ਼ ਬੌਂਡਡ ਟੂ 3 ਅਦਰ ਕਾਰਬਨ ਐਟਮਸ। ਇੱਕ ਕਾਰਬਨ ਐਟਮ 3 ਹੋਰ ਨਾਲ ਜੁੜ ਕੇ ਬਣਾਉਂਦਾ ਹੈ। One of these bonds is double bond and thus the valency of carbon is satisfied. Graphite structure is formed by the hexagonal ਹੁੰਦਾ ਇਸ ਤਰ੍ਹਾਂ ਦੀ ਸ਼ੇਪ, ਹੈਗਜ਼ਾਨਲ ਇਸ ਤਰ੍ਹਾਂ ਦੀ ਗ੍ਰੇਫਾਈਟ ਦੀ ਸ਼ੇਪ ਹੁੰਦੀ ਹੈ, ਲਾਈਕ ਦਿਸ। ਹੈਗਜ਼ਾਨਲ ਸਟਰਕਚਰ ਕਹਿੰਦੇ ਹਨ ਇਸ ਨੂੰ। ਹੈਗਜ਼ਾ ਮੀਨਸ 6 ਸਾਈਡ ਵਾਲੀ, ਹੈਗਜ਼ਾਨਲ ਸਟਰਕਚਰ ਇਸ ਦੀ ਹੁੰਦੀ ਹੈ। ਸੋ ਕਾਰਬਨ ਦੇ 2 ਨੇ ਜਿਹੜੇ ਐਲੋਟ੍ਰੋਪਸ ਵੱਖਰੇ ਵੱਖਰੇ, ਇੱਕ ਡਾਇਮੰਡ ਅਤੇ ਇੱਕ ਗ੍ਰੇਫਾਈਟ, ਉੱਪਰ ਵੀ ਦਿੱਤੀ ਹੋਈ ਹੈ, ਇੱਕ ਹੋਰ ਵੀ ਹੈ ਇਸ ਦੀ ਸਟਰਕਚਰ ਦਿੱਤੀ ਹੋਈ ਇੱਥੇ, ਜਿਸ ਨੂੰ C60 ਕਿਹਾ ਜਾਂਦਾ ਹੈ। 60 ਐਟਮਸ ਨੇ ਜਿਹੜੇ ਉਹ ਬਾਉਂਡ ਹੁੰਦੇ ਹਨ। ਫਲੋਰੈਂਸਿਸ ਫਾਰਮ ਅਨਦਰ ਕਲਾਸ ਆਫ ਕਾਰਬਨ ਐਲੋਟ੍ਰੋਪ। ਇੱਕ ਕਾਰਬਨ ਦਾ ਹੋਰ ਐਲੋਟ੍ਰੋਪ ਹੈ। ਕਾਰਬਨ ਦਾ ਡਿਫਰੈਂਟ ਰੂਪ ਡਿਫਰੈਂਟ ਫਾਰਮਸ ਦੇ ਵਿੱਚ ਹੋਣਾ ਉਸ ਨੂੰ ਕਿਹਾ ਜਾਂਦਾ ਹੈ ਐਲੋਟ੍ਰੋਪਸ ਆਫ ਕਾਰਬਨ। The 2 different structures result in diamond and graphite having very different physical properties even through chemical properties. Chemical property ਤਾਂ ਅਲੱਗ-ਅਲੱਗ ਹਨ, ਇਹਨਾਂ ਦੀ physical property ਵੀ ਅਲੱਗ ਹੈ। Diamond is the hardest substance. ਡਾਇਮੰਡ ਆ ਜਿਹੜਾ ਸਭ ਤੋਂ ਹਾਰਡੈਸਟ ਸਬਸਟਾਂਸ ਆ, ਵਾਈਲ ਗ੍ਰੇਫਾਈਟ ਇਜ਼ ਸਮੂਥ ਐਂਡ ਸਲਿੱਪਰੀ। ਇਸ ਤੋਂ ਉਲਟ ਗ੍ਰੇਫਾਈਟ ਹੈ ਜਿਹੜਾ ਉਹ ਸਮੂਥ ਹੈ ਅਤੇ ਸਲਿੱਪਰੀ ਹੈ। ਦੇਖੋ ਦੋਨੋਂ ਹੀ ਕਾਰਬਨ ਦੇ ਰੂਪ ਹਨ, ਇੱਕ ਹਾਰਡ ਹੈ ਇੱਕ ਸੌਫਟ ਹੈ। ਗ੍ਰੇਫਾਈਟ ਇਜ਼ ਏ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਗ੍ਰੇਫਾਈਟ ਹੈ ਜਿਹੜਾ ਉਹ ਗੁੱਡ ਕੰਡਕਟਰ ਆ ਇਲੈਕਟ੍ਰੀਸਿਟੀ। ਕਾਰਬਨ ਹੈ ਜਿਹੜੀ ਇਸ ਨੂੰ ਨੋਨ ਮੈਟਲ ਦੇ ਵਿੱਚ ਗਿਣਦੇ ਹਾਂ। ਨੋਨ ਮੈਟਲਸ ਆਪਾਂ ਪੜ੍ਹੇ ਹਾਂ ਪ੍ਰੋਪਰਟੀਜ਼, ਬੈਡ ਕੰਡਕਟਰ ਹੁੰਦੀਆਂ ਨੇ ਇਲੈਕਟ੍ਰੀਸਿਟੀ ਦੀਆਂ, ਪਰ ਸਿਰਫ ਗ੍ਰੇਫਾਈਟ ਹੈ ਜਿਹੜਾ ਕਾਰਬਨ ਉਹ ਇੱਕ ਗੁੱਡ ਕੰਡਕਟਰ ਹੈ। ਡਾਇਮੰਡਸ ਕੈਨ ਬੀ ਸਿੰਥੇਸਾਈਜ਼ਡ ਬਾਏ ਸਬਜੈਕਟਿੰਗ ਪਿਓਰ ਕਾਰਬਨ ਟੂ ਵੈਰੀ ਹਾਈ ਪ੍ਰੈਸ਼ਰ ਐਂਡ ਟੈਂਪਰੇਚਰ। These synthetic diamonds are small but otherwise indistinguishable from natural diamonds. ਸੋ ਇਸ ਦੇ 2 ਰੂਪ ਹਨ, ਇੱਕ ਹਾਰਡ ਇੱਕ ਸੌਫਟ। ਅਤੇ ਤੀਸਰਾ ਤੁਸੀਂ ਪੜ੍ਹਿਆ ਹੈ ਫਲੋਰੈਂਸਿਸ, ਜਿਸ ਦਾ ਫਾਰਮੂਲਾ ਹੈ C60। 60 ਕਾਰਬਨ ਐਟਮਸ ਇੱਕ ਫੁੱਟਬਾਲ ਦੀ ਸ਼ੇਪ ਦੇ ਵਿੱਚ ਅਰੇਂਜ ਹੋਏ ਹੁੰਦੇ ਨੇ। ਐਟਮਸ ਆਰ ਅਰੇਂਜਡ ਇਨ ਦਾ ਸ਼ੇਪ ਆਫ ਅ ਫੁੱਟਬਾਲ ਐਜ਼ ਸ਼ੋਨ ਇਨ ਫਿਗਰ। ਸੋ ਇਹ ਸੀ ਕਾਰਬਨ ਦੀ ਬੌਂਡਿੰਗ ਅਤੇ ਡਿਫਰੈਂਟ ਫਾਰਮਸ ਆਫ ਕਾਰਬਨ, ਜਿਸ ਨੂੰ ਅਸੀਂ ਐਲੋਟ੍ਰੋਪਸ ਕਹਿੰਦੇ ਹਾਂ। ਸੋ ਬੇਟੇ ਇੱਥੇ ਤੱਕ ਤੁਸੀਂ ਇਸ ਨੂੰ ਦੁਬਾਰਾ ਸੁਣ ਲੈਣਾ ਹੈ ਅਤੇ ਨੈਕਸਟ ਹੈ ਜਿਹੜਾ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਸੋ ਸਾਰਿਆਂ ਨੇ ਧਿਆਨ ਨਾਲ ਸੁਣਨਾ ਹੈ। ਹੁਣ ਜਦੋਂ ਚੈਪਟਰ ਓਵਰ ਹੋਏਗਾ ਤਾਂ ਇੱਕ ਜ਼ੂਮ 'ਤੇ ਵੀ ਕਲਾਸ ਨਾਲ ਲੱਗਿਆ ਕਰੇਗੀ ਅਤੇ ਨਾਲ ਦੀ ਨਾਲ ਹੀ ਕੁਐਸਚਨ ਲਿਖਾਏ ਜਾਣਗੇ, ਨਾਲ ਹੀ ਨਾਲ ਸਮਝਾਏ ਵੀ ਜਾਣਗੇ। ਹੁਣ ਅੱਜ ਤੁਹਾਨੂੰ ਇਹ ਕਰ ਦਿੱਤਾ ਹੈ ਅਤੇ ਕੱਲ੍ਹ ਨਾਲ ਹੀ ਕੁਐਸਚਨ ਰਿਟਨ ਦਿੱਤੇ ਜਾਣਗੇ ਅਤੇ ਨਾਲ ਹੀ ਸਮਝਾਏ ਜਾਣੇ ਹਨ। ਇਸ ਨੂੰ ਵਾਰ-ਵਾਰ ਸੁਣ ਲੈਣਾ ਹੈ ਬੇਟੇ। ਥੈਂਕ ਯੂ।